ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜੇ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰੂ ਬਲ ਭਣ। ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ। ਸੋ ਸਤਿਗੁਰ ਸਿਮਰੋ ਨਰੋ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਣ ਪੁਰਖ ਗੁਰੂ ਅਰਜਨ ਪਿਖੋ ਨੈਣ। ਮੂਰਤ ਪੰਚ ਪਰਮਾਣ ਪੁਰਖ ਗੁਰੂ ਅਰਜਨ ਪਿਖੋ ਨੈਣ। ਜਬ ਲਉ ਨਹੀਂ ਭਾਗ ਲਿਲਾਰ ਉਦੈ। ਤਬ ਲਉ ਪ੍ਰਮ ਤੇ ਫਿਰ ਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਕਬਹੂ ਮਿਟ ਹੈ ਨਹੀਂ ਰਹਿ ਪਛਤਾਇਓ। ਤਤ ਵਿਚਾਰ ਯਹ ਮਥੁਰਾ। ਜਗ ਤਾਰਨ ਕਹੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ। ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ। ਗੁਰੂ ਅਰਜਨ ਪਰਤਖ ਹਰ। ਭਨ ਮਥੁਰਾ ਕਛ ਭੇਦ ਨਹੀਂ। ਗੁਰੂ ਅਰਜਨ ਪਰਤਖ ਹਰ। ਜੁਗੋ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸਤਿਗੁਰੂ ਭਗਤ ਵਛਲ ਪਤਿਤ ਪਾਵਨ ਕਰੁਣਾ ਨਿਦਾਨ ਉਪਮਾ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਕੀਤੀਆਂ ਹਨ। ਸਾਨੂੰ ਉਦਮ ਬਖਸ਼ਿਆ, ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਬਖਸ਼ੀ, ਆਪਣੀ ਚਰਨ ਸ਼ਰਨ ਦੀ ਦਾਤ ਬਖਸ਼ੀ ਹੈ।
ਔਰ ਗੁਰੂ ਬਖਸ਼ੀਆਂ ਇਹਨਾਂ ਘੜੀਆਂ ਨੂੰ ਸਕਾਰਤ ਸਫਲ ਬਣਾਉਂਦੇ ਹੋਏ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਨੇਤਾ ਪ੍ਰਤੀ ਦੀ ਤਰ੍ਹਾਂ ਆਪ ਜੀ ਨੇ ਸ਼ਰਵਣ ਕੀਤੇ ਹਨ। ਸ਼ਬਦ ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਪਿਆਰ ਸਤਿਕਾਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਪਾਵਨ ਬਾਣੀ ਸਹਿਸਕ੍ਰਿਤੀ ਦੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਵਿਚਾਰ ਆਪ ਜੀ ਸ਼ਰਵਣ ਕਰਦੇ ਹੋ। ਅੱਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਹਾੜਾ ਵੀ ਹੈ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਡਿਆਈ ਇਹ ਮਾਣ ਬਖਸ਼ਿਆ। ਗੁਰੂ ਨਾਨਕ ਜੀ ਦੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਪੰਚਮ ਪਾਤਸ਼ਾਹ ਤੱਕ ਇਹ ਪਹਿਲਾ ਸਮਾਂ ਸੀ ਜਦੋਂ ਕਿਸੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਅੱਗੇ ਗੱਦੀ ਬਖਸ਼ੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਿੱਖ ਭਾਈ ਲਹਿਣੇ ਨੂੰ ਗੱਦੀ ਬਖਸ਼ਦੇ ਨੇ, ਗੁਰੂ ਅੰਗਦ ਬਣਾਉਂਦੇ ਨੇ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ਦੇ ਨੇ। ਭਾਵੇਂ ਦੂਰ ਦੀ ਇੱਕ ਰਿਸ਼ਤੇਦਾਰੀ ਵੀ ਹੈ, ਪਰ ਰਿਸ਼ਤੇਦਾਰੀ ਕਰਕੇ ਨਹੀਂ। ਜੋ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ, ਲਗਾਤਾਰ ਸੇਵਾ ਨਿਭਾਈ। ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸੇਵਾ ਕਰਕੇ ਇਹ ਸਾਬਤ ਕੀਤਾ। ਔਰ ਉਹ ਅਮਰਦਾਸ ਤੋਂ ਗੁਰੂ ਅਮਰਦਾਸ ਬਣੇ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਉਦੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠੇ ਨੂੰ ਗੁਰਗੱਦੀ ਦੀ ਦਾਤ ਬਖਸ਼ੀ ਹੈ। ਉਹ ਰਿਸ਼ਤੇਦਾਰੀ 'ਚ ਗੁਰੂ ਅਮਰਦਾਸ ਸਾਹਿਬ ਜੀ ਦੇ ਜਵਾਈ ਲੱਗਦੇ ਨੇ, ਧੰਨ ਗੁਰੂ ਰਾਮਦਾਸ ਸਾਹਿਬ। ਪਰ ਇੱਥੇ ਵੀ ਗੱਦੀ ਰਿਸ਼ਤੇਦਾਰੀ ਕਰਕੇ ਨਹੀਂ ਦਿੱਤੀ ਗਈ। ਇਤਿਹਾਸ ਆਪ ਜਾਣਦੇ ਹੋ, ਜ਼ਿਆਦਾ ਵਿਸਥਾਰ 'ਚ ਨਹੀਂ ਜਾਣਾ। ਆਪਾਂ ਸ਼ਬਦ ਬਾਣੀ ਦੀ ਵਿਚਾਰ 'ਤੇ ਆਉਣਾ ਹੈ। ਉਹ ਭਾਈ ਜੇਠੇ ਦੀ ਸੇਵਾ ਸੀ, ਘਾਲਣਾ ਸੀ, ਜਿਹੜੀ ਘਾਲਣਾ ਤੇ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਦੀਆਂ ਸਾਰੀਆਂ ਵਡਿਆਈਆਂ ਭਾਈ ਜੇਠੇ ਨੂੰ ਬਖਸ਼ ਦਿੱਤੀਆਂ। ਉਹ ਬਣ ਗਏ ਗੁਰੂ ਰਾਮਦਾਸ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਤਖਤ ਬੈਠਾ ਰਾਮਦਾਸ ਗੁਰੂ। ਗੁਰੂ ਰਾਮਦਾਸ ਸਾਹਿਬ ਗੁਰਗੱਦੀ 'ਤੇ ਸੁਭਾਏਮਾਨ ਹੋਏ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਰਾਮਦਾਸ ਸਾਹਿਬ ਅੱਗੇ ਉਹਨਾਂ ਦੇ 3 ਪੁੱਤਰ ਹਨ, ਪ੍ਰਿਥੀ ਚੰਦ, ਮਹਾਦੇਵ ਤੇ ਛੋਟੇ ਪੁੱਤਰ ਸ਼੍ਰੀ ਅਰਜਨ ਦੇਵ। ਪ੍ਰਿਥੀ ਚੰਦ ਦੀ ਬਹੁਤ ਇੱਛਾ ਸੀ ਕਿ ਗੁਰੂ ਮੈਂ ਬਣਾ, ਗੱਦੀ ਮੈਨੂੰ ਮਿਲੇ। ਮਹਾਦੇਵ ਦੀ ਇੱਕ ਵੱਖਰੀ ਕਿਸਮ ਦੀ ਮਸਤਾਨੀ ਬਿਰਤੀ ਤੇ ਸ਼੍ਰੀ ਅਰਜਨ ਦੇਵ ਬਿਲਕੁਲ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਅਨੁਸਾਰੀ ਹੋ ਕੇ ਚੱਲਦੇ ਹਨ। ਔਰ ਗੁਰਗੱਦੀ ਦੀ ਦਾਤ ਜਿੰਨੇ ਵੀ ਬਖਸ਼ੀ, ਭਾਵੇਂ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਜਾਂ ਬਾਕੀ ਗੁਰੂ ਸਾਹਿਬਾਨਾਂ ਨੇ ਬਖਸ਼ੀ, ਇੱਕ ਕਸਵੱਟੀ ਹੈ। ਕੋਈ ਆਪਣਤ ਦੀ ਗੱਲ ਨਹੀਂ ਹੈ, ਕੋਈ ਔਲਾਦ ਪੁੱਤਰ ਜਵਾਈ ਦੀ ਗੱਲ ਨਹੀਂ ਹੈ। ਇੱਕ ਸਿਧਾਂਤ ਹੈ ਕਿ ਤਖਤ ਬਹਿ ਤਖਤ ਹੈ ਕਿ ਲਾਇਕ, ਤਖਤ ਤੇ ਤਖਤ ਦਾ ਲਾਇਕ ਬੈਠਣਾ ਚਾਹੀਦਾ ਹੈ।
क्योंकि बहुत वार आपां बाहर भी वेंदे हाँ, जदों नलायक लोग तख्तां ते बहिंदे हन ते ਉਹ ਸਾਰਾ ਕੁਝ ਤਹਿਸ ਨਹਿਸ ਤੇ ਤਬਾਹ ਕਰ ਦਿੰਦੇ ਹਨ। ਵੱਡੀਆਂ ਵੱਡੀਆਂ ਰਿਆਸਤਾਂ ਤਬਾਹ ਹੋਈਆਂ ਨੇ। ਕਾਰਨ ਕੀ ਸੀ? ਜਿਹੜਾ ਤਖਤ ਤੇ ਬੈਠਾ ਉਹ ਤਖਤ ਦੇ ਯੋਗ ਨਹੀਂ ਸੀ। ਤੇ ਇਹ ਗੁਰੂ ਨਾਨਕ ਦੇ ਘਰ ਦੀ ਗੱਦੀ ਇੱਕ ਬਹੁਤ ਵੱਡੀ ਦਾਤ ਸੀ ਤੇ ਸਿੱਖੀ ਦਾ ਜਿਹੜਾ ਵਿਕਾਸ ਪ੍ਰਚਾਰ ਤੇ ਪ੍ਰਸਾਰ ਸੀ ਦੇਸ਼ਾਂ ਵਿਦੇਸ਼ਾਂ 'ਚ ਹੋ ਚੁੱਕਿਆ ਸੀ। ਹੁਣ ਇਸ ਗੱਦੀ ਨੂੰ ਸੰਭਾਲਣਾ ਬੜੀ ਵੱਡੀ ਜ਼ਿੰਮੇਵਾਰੀ ਸੀ ਤੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਕਿ ਇਹ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨੇ। ਗੁਰੂ ਅਰਜਨ ਸਾਹਿਬ ਗੱਦੀ ਬਖਸ਼ ਦਿੱਤੀ। ਪ੍ਰਿਥੀ ਚੰਦ ਚਾਹੁੰਦਾ ਸੀ ਪਰ ਯੋਗ ਨਹੀਂ ਸੀ, ਉਹਨੂੰ ਗੱਦੀ ਨਹੀਂ ਦਿੱਤੀ ਗਈ। ਅੱਗੇ ਫਿਰ ਗੁਰੂ ਅਰਜਨ ਸਾਹਿਬ ਦਾ ਜੀਵਨ ਵੇਖੋ, ਉਥੋਂ ਪਤਾ ਲੱਗਦਾ ਹੈ ਕਿ ਉਹ ਵਾਕਿਆ ਤਖਤ ਦੇ ਬਹਿਣ ਦੇ ਯੋਗ ਸਨ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਬਿਠਾਇਆ। ਕਿੱਡੀ ਵੱਡੀ ਦਾਤ ਸੱਚਖੰਡ ਹਰਿਮੰਦਰ ਸਾਹਿਬ ਦੇ ਰੂਪ 'ਚ ਗੁਰੂ ਅਰਜਨ ਸਾਹਿਬ ਨੇ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਇਲਾਹੀ ਦਾਤ ਸਾਨੂੰ ਉਹਨਾਂ ਨੇ ਬਖਸ਼ੀ। ਔਰ ਸਭ ਤੋਂ ਵੱਡੀ ਗੱਲ ਹੈ ਜਿਉਣਾ, ਤੇ ਸਭ ਨੇ ਸਿਖਾਇਆ। ਗੁਰੂ ਅਰਜਨ ਸਾਹਿਬ ਨੇ ਜਿਉਣ ਦੇ ਨਾਲ ਨਾਲ ਮਰਨਾ ਵੀ ਸਿਖਾ ਦਿੱਤਾ ਕਿ ਸੱਚ ਦੇ ਰਾਹ 'ਤੇ ਚੱਲ ਕੇ ਕੁਰਬਾਨੀ ਕਿੱਦਾਂ ਦਿੱਤੀ ਜਾ ਸਕਦੀ ਹੈ। ਜੇ ਕੇਵਲ ਪੁੱਤਰ ਦੀ ਅਪਣਤ ਕਰਕੇ ਗੱਦੀ ਦਿੱਤੀ ਹੁੰਦੀ, ਗੱਦੀ ਦੇ ਯੋਗ ਨਾ ਹੁੰਦੇ ਤੇ ਤੱਤੀ ਤਵੀ ਤੇ ਕਿੱਥੇ ਬਹਿਣਾ ਸੀ। ਜਿਹੜੇ ਸੁੱਖ ਲੈਣ ਦੇ ਲਈ ਗੱਦੀਆਂ ਹਾਸਲ ਕਰਦੇ ਨੇ ਉਹ ਕਦੇ ਅੱਗੇ ਹੋ ਕੇ ਕੁਰਬਾਨੀ ਕੋਈ ਨਹੀਂ ਦਿੰਦੇ ਹਨ। ਅੱਜ ਦੇ ਆਪਾਂ ਭਾਵੇਂ ਰਾਜਨੀਤਿਕ ਲੋਕਾਂ ਨੂੰ ਵੀ ਵੇਖ ਲਈਏ, ਧਾਰਮਿਕ ਰਸਤੇ ਤੇ ਚੱਲਣ ਵਾਲੇ ਜਾਂ ਸਮਾਜਿਕ ਰਾਹ ਤੇ ਚੱਲਣ ਵਾਲੇ ਜਿਹੜੇ ਲੋਕ ਨੇ, ਜਿਹੜੇ ਕੇਵਲ ਇੱਕ ਮਾਣ, ਇੱਕ ਗੱਦੀ, ਇੱਕ ਤਖਤ ਹਾਸਲ ਕਰਨ ਦੇ ਲਈ ਅੱਗੇ ਸੰਘਰਸ਼ ਕਰਦੇ ਨੇ, ਜਿੱਦਣ ਕੁਰਬਾਨੀ ਦੇਣ ਦਾ ਵਕਤ ਆਵੇ ਦੂਜਿਆਂ ਦੇ ਪੁੱਤ ਉਹ ਮਰਵਾ ਦਿੰਦੇ, ਆਪ ਤਾਂ ਪਿੱਛੇ ਹੀ ਰਹਿੰਦੇ ਨੇ, ਆਪ ਕੋਈ ਨਹੀਂ ਮਰਦਾ। ਪਰ ਗੁਰੂ ਅਰਜਨ ਸਾਹਿਬ ਜਿਹੜੇ ਕਹਿੰਦੇ ਹਨ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹਨਾਂ ਨੇ ਅੱਗੇ ਹੋ ਕੇ ਕੁਰਬਾਨੀ ਦੇ ਕੇ ਦੱਸਿਆ ਕਿ ਕੁਰਬਾਨੀ ਦਿੱਤੀ ਕਿੱਦਾਂ ਜਾ ਸਕਦੀ ਹੈ। ਮਰਦੇ ਸਾਰੇ ਨੇ, ਮਰਨਾ ਸਭ ਨੇ ਹੈ, ਪਰ ਕਈਆਂ ਦਾ ਮਰਨਾ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਲਈ ਮਿਸਾਲ ਬਣਦਾ ਹੈ। ਔਰ ਉਹ ਮਰਨਾ ਗੁਰੂ ਅਰਜਨ ਸਾਹਿਬ ਦਾ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ। ਗੁਰੂ ਅਰਜਨ ਸਾਹਿਬ ਦੀ ਇਹ ਵਡਿਆਈ ਬੇਅੰਤ ਉਹਨਾਂ ਦੀ ਉਪਮਾ ਹੈ। ਭੱਟ ਸਾਹਿਬਾਨ ਕਹਿੰਦੇ ਪ੍ਰਤੱਖ ਹਰ ਹਨ ਗੁਰੂ ਅਰਜਨ ਸਾਹਿਬ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬਨ। ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲੱਗ ਬੇਤਰੋ। ਸੋ ਗੁਰੂ ਅਰਜਨ ਸਾਹਿਬ ਦੀਆਂ ਬੇਅੰਤ ਵਡਿਆਈਆਂ ਸਤਿਗੁਰੂ ਮਿਹਰ ਕਰਨ। ਗੁਰੂ ਸਾਹਿਬ ਨੇ ਜੋ ਪਾਵਨ ਬਾਣੀ ਦੀ ਦਾਤ ਸਾਨੂੰ ਬਖਸ਼ੀ ਆ। ਗੁਰੂ ਅਰਜਨ ਸਾਹਿਬ ਦੇ ਜੇ ਅੱਜ ਆਪਾਂ ਦਰਸ਼ਨ ਕਰਨੇ ਨੇ, ਗੁਰੂ ਸਾਡੇ ਤੋਂ ਦੂਰ ਨਹੀਂ ਗਏ ਹਨ, ਕਿਉਂਕਿ ਸਤਿਗੁਰੂ ਤੇ ਹਮੇਸ਼ਾ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਗੁਰੂ ਅਰਜਨ ਸਾਹਿਬ ਅੱਜ ਵੀ ਬਾਣੀ ਰੂਪ ਦੇ ਵਿੱਚ, ਜੋਤ ਰੂਪ ਦੇ ਵਿੱਚ ਸਾਡੇ 'ਚ ਹਾਜ਼ਰ ਨਾਜ਼ਰ ਹਨ। ਸੋ ਉਹ ਮਹਾਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ, ਇਹ ਸਹਿ ਸਕ੍ਰਿਤੀ ਬਾਣੀ, ਜਿਸ ਬਾਣੀ ਦੀ ਆਪਾਂ ਗੁਰੂ ਬਖਸ਼ੇ ਉਦਮ ਸਦਕਾ ਨਿਤਾ ਪ੍ਰਤੀ ਵਿਚਾਰ ਦੀ ਸਾਂਝ ਪਾਉਂਦੇ ਹਾਂ, ਤਾਂ ਕਿ ਇਸ ਬਾਣੀ ਦੇ ਜਿਹੜੇ ਔਖੇ ਸ਼ਬਦ ਹਨ ਉਹ ਸਾਨੂੰ ਪੜ੍ਹਨੇ ਵੀ ਆਉਣ, ਤੇ ਨਾਲ ਦੀ ਨਾਲ ਇਸ ਬਾਣੀ 'ਚ ਜੋ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਉਹਨਾਂ ਪਾਵਨ ਉਪਦੇਸ਼ਾਂ ਨੂੰ ਵੀ ਆਪਾਂ ਸਮਝੀਏ ਔਰ ਆਪਣੇ ਜੀਵਨ ਦਾ ਆਧਾਰ ਬਣਾਈਏ। ਪੜ੍ਹਨਾ, ਸੁਣਨਾ, ਗਾਉਣਾ ਕਬੂਲ ਹੈ। ਜਿਵੇਂ ਆਪਾਂ ਪਰਸੋਂ ਵੀ ਗੱਲ ਕੀਤੀ ਸੀ ਕਿ ਪੌੜੀਆਂ, ਇਹ ਜਿਹੜੀਆਂ ਬਾਣੀ ਦੀਆਂ ਪੌੜੀਆਂ ਨੇ, ਕੇਵਲ ਪੜ੍ਹਨ ਦੇ ਲਈ ਨਹੀਂ, ਇਹ ਨਾਲ ਦੀ ਨਾਲ ਚੜ੍ਹਨ ਦੇ ਲਈ ਵੀ ਹਨ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਹਨਾਂ ਦਾ ਸਾਰਾ ਕੁਝ ਕਬੂਲ ਜਿਨ੍ਹਾਂ ਨੇ ਆਗਿਆ ਨੂੰ ਸਤ ਕਰਕੇ ਮੰਨਿਆ। ਸੋ ਗੁਰੂ ਸਾਹਿਬ ਮਿਹਰ ਕਰਨ, ਆਪਾਂ ਬਾਣੀ ਨੂੰ ਪੜ੍ਹੀਏ, ਵਿਚਾਰੀਏ ਤੇ ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਨੂੰ ਨਾਲ ਦੀ ਨਾਲ ਕਮਾਈਏ, ਸਾਡਾ ਜੁੜਿਆ ਸਕਾਰਥ ਸਫਲ ਹੋਵੇ। 42 ਸ਼ਲੋਕਾਂ ਤੱਕ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਅੱਜ 43 ਨੰਬਰ ਸ਼ਲੋਕ 'ਚ ਧੰਨ ਗੁਰੂ
ਅਰਜਨ ਦੇਵ ਜੀ ਮਹਾਰਾਜ ਉਸ ਕਰਤੇ ਪੁਰਖ ਵਾਹਿਗੁਰੂ ਦੀ ਵਡਿਆਈ, ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ ਦਾ ਜੋ ਗਿਆਨ ਹੈ ਉਹ ਸਾਨੂੰ ਬਖਸ਼ ਰਹੇ ਨੇ ਕਿ ਮਾਲਕ ਕਿੰਨਾ ਬੇਅੰਤ, ਕਿੰਨਾ ਵੱਡਾ ਹੈ। ਸਾਹਿਬ ਕਹਿੰਦੇ ਤਰਨ ਸ਼ਰਨ ਸੁਆਮੀ ਰਮਣਸ਼ੀਲ ਪਰਮੇਸ਼ਰ ਹੈ। ਤਰਨ ਸ਼ਬਦ ਦਾ ਭਾਵ ਹੈ ਜਹਾਜ਼, ਬੇੜਾ। ਉਹ ਪਰਮਾਤਮਾ ਵਾਹਿਗੁਰੂ ਤੇ ਉਸ ਮਾਲਕ ਦੀ ਜੋ ਸ਼ਰਨ ਹੈ ਉਹ ਮਾਨੋ ਬੇੜੇ ਦੀ ਤਰ੍ਹਾਂ, ਜਹਾਜ਼ ਦੀ ਤਰ੍ਹਾਂ ਹੈ, ਜਿਹਦੇ 'ਚ ਜੁੜ ਕੇ ਮਨੁੱਖ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘ ਸਕਦਾ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਬੇਅੰਤ ਬਾਣੀ 'ਚ ਮਾਲਕ ਦੀ ਸ਼ਰਨ ਦੀ ਵਡਿਆਈ ਉਪਮਾ ਕੀਤੀ ਗਈ ਹੈ। ਸਾਹਿਬ ਕਹਿੰਦੇ ਮਾਲਕ ਦੀ ਜੋ ਸ਼ਰਨ ਹੈ ਜਾਂ ਉਹ ਮਾਲਕ ਹੈ, ਉਹ ਸਾਡੇ ਜਗਤ ਦੇ ਜੀਵਾਂ ਦੇ ਲਈ ਮਾਨੋ ਬੇੜੇ ਜਹਾਜ਼ ਦੀ ਤਰ੍ਹਾਂ ਹੈ, ਜੋ ਸਾਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ। ਰਮਣਸ਼ੀਲ ਪਰਮੇਸ਼ਰ ਹੈ, ਉਹ ਜਿਹੜਾ ਕੌਤਕਹਾਰ ਪਰਮਾਤਮਾ ਹੈ, ਉਹ ਸਾਨੂੰ ਜੀਵਾਂ ਨੂੰ ਸ਼ਾਂਤੀ ਦੀ ਦਾਤ, ਸਹਿਜ ਦੀ ਦਾਤ ਤੇ ਟਿਕਾਓ ਦੀ ਦਾਤ, ਇਹ ਜਿਹੜੇ ਸ਼ੁਭ ਗੁਣ ਹਨ ਜਿਨ੍ਹਾਂ ਦੇ ਨਾਲ ਜੀਵਨ ਨੂੰ ਸ਼ਿੰਗਾਰਿਆ ਤੇ ਸਵਾਰਿਆ ਜਾ ਸਕਦਾ ਹੈ, ਇਹ ਗੁਣਾਂ ਦੀ ਦਾਤ ਕੌਣ ਬਖਸ਼ਦਾ ਹੈ। ਹੁਣ ਗੁਣ ਆਪਾਂ ਬਾਹਰੋਂ ਦੁਕਾਨ ਤੋਂ ਖਰੀਦ ਕੇ ਨਹੀਂ ਲਿਆ ਸਕਦੇ। ਬੰਦਾ ਕੌੜਾ ਬੋਲਦਾ ਹੋਵੇ ਤੇ ਬਾਹਰ ਬਾਜ਼ਾਰ 'ਚੋਂ ਖਰੀਦਣ ਚਲਿਆ ਜਾਏ, ਕੋਈ ਐਸੀ ਦੁਕਾਨ ਜਿੱਥੋਂ ਮਿੱਠੇ ਬੋਲ ਖਰੀਦੇ ਜਾ ਸਕਣ, ਖਰੀਦੇ ਜਾ ਸਕਦੇ ਨੇ? ਨਹੀਂ। ਕਰੋਧੀ ਹੈ ਬੰਦਾ, ਉਹਨੂੰ ਕਹੀਏ ਨਿਮਰਤਾ ਧਾਰਨ ਕਰ, ਤੇ ਬੰਦਾ ਕਵੇ ਮੈਂ ਨਿਮਰਤਾ ਖਰੀਦ ਕੇ ਲਿਆਉਂਦਾ ਹਾਂ, ਉਹਨੂੰ ਧਾਰਦਾ ਹਾਂ ਜਿਵੇਂ ਕਕਾਰ ਧਾਰਨ ਕੀਤੇ ਕੱਪੜੇ ਪਹਿਨਦਾ ਹਾਂ, ਨਹੀਂ ਖਰੀਦੀ ਜਾ ਸਕਦੀ। ਇਹ ਦਾਤ ਕਿੱਥੋਂ ਮਿਲਦੀ ਆ? ਆਪਾਂ ਰੋਜ਼ ਜਪਜੀ ਸਾਹਿਬ 'ਚ ਬਾਣੀ ਤੇ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ। ਦੋ ਤਰ੍ਹਾਂ ਦੇ ਮਨੁੱਖ ਹਨ ਮਹਾਰਾਜ ਕਹਿੰਦੇ। ਇੱਕ ਤੇ ਉਹ ਜਿਹੜੇ ਬਿਲਕੁਲ ਗੁਣਾਂ ਤੋਂ ਸੱਖਣੇ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਇੱਕ ਉਹ ਜਿਨ੍ਹਾਂ ਦੇ ਕੋਲ ਗੁਣ ਹਨ ਪਰ ਅਜੇ ਘੱਟ ਹਨ। ਉਹ ਦਾਤਾ ਕਿੰਨਾ ਬੇਅੰਤ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਹੜੇ ਬਿਲਕੁਲ ਗੁਣਾਂ ਤੋਂ ਸੱਖਣੇ ਮਾਲਕ, ਉਹਨਾਂ ਨੂੰ ਵੀ ਗੁਣ ਬਖਸ਼ਦਾ ਹੈ, ਤੇ ਜਿਹੜੇ ਗੁਣੀ ਹਨ ਉਹਨਾਂ ਨੂੰ ਅੱਗੇ ਤੋਂ ਅੱਗੇ ਮਾਲਕ ਹੋਰ ਤੋਂ ਹੋਰ ਗੁਣਾਂ ਦੀ ਦਾਤ ਬਖਸ਼ਦਾ ਹੈ, ਕਿਉਂਕਿ ਉਹ ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਦਾਤਾ ਹੈ, ਗੁਣ ਬਖਸ਼ਣ ਵਾਲਾ ਹੈ। ਮਹਾਰਾਜ ਕਹਿੰਦੇ ਨਿਮਰਤਾ ਦੀ ਦਾਤ ਜਾਂ ਸਹਿਣਸ਼ੀਲਤਾ ਦੀ ਦਾਤ, ਅੰਦਰ ਦੇ ਟਿਕਾ ਤੇ ਸ਼ਾਂਤੀ ਦੀ ਦਾਤ ਕਿੱਥੋਂ ਮਿਲਦੀ ਹੈ? ਮਾਲਕ ਦੇ ਘਰੋਂ, ਮਾਲਕ ਕੋਲੋਂ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਫਿਰ ਉਹ ਮਾਲਕ ਕਰਨ ਕਾਰਨ ਸਮਰੱਥ ਹੈ, ਜੋ ਚਾਹੇ ਮਾਲਕ ਕਰ ਸਕਦਾ ਹੈ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ, ਜਿਨ ਕਲ ਰਾਖੀ ਧਾਰ। ਉਹ ਚਾਹੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਇੱਕ ਤੇ ਵੇਖੋ ਆ ਵਿਧਾਨ ਹੈ ਕੁਦਰਤ ਦਾ। ਆਪਾਂ ਸਾਹ ਲੈਂਦੇ ਹਾਂ, ਜਿਉਂਦੇ ਹਾਂ। ਪਸ਼ੂਆਂ ਪੰਛੀਆਂ ਨੂੰ ਹਵਾ ਮਿਲਦੀ ਹੈ, ਸਵਾਸ ਚੱਲਦੇ ਨੇ ਤੇ ਉਹ ਜਿਉਂਦੇ ਹਨ। ਗੁਰੂ ਕਹਿੰਦੇ ਜੇਤੇ ਜੀ ਜੀਵੈ ਲੈ ਸਾਹ। ਜਿੰਨੇ ਵੀ ਜੀਵ ਹਨ ਸਾਹ ਲੈਂਦੇ ਹਾਂ, ਜਿਉਂਦੇ ਹਾਂ। ਹੁਣ ਇਹ ਜਿਹੜਾ ਸਾਹ ਲੈ ਕੇ ਜਿਉਣ ਵਾਲਾ ਤਰੀਕਾ ਹੈ, ਪ੍ਰੋਸੀਜਰ ਹੈ, ਢੰਗ ਹੈ, ਇਹ ਅਸੀਂ ਆਪ ਨਹੀਂ ਬਣਾਇਆ ਹੈ। ਇਹ ਰੱਬ ਦੀ ਬਣਾਈ ਹੋਈ ਕੁਦਰਤ, ਵਾਹਿਗੁਰੂ ਦੀ ਖੇਡ ਹੈ। ਉਹਨੇ ਕੁਦਰਤ ਦਾ ਇਹ ਨਿਯਮ, ਇਹ ਸਿਸਟਮ ਬਣਾਇਆ ਹੈ ਕਿ ਜੀਵ ਹਵਾ ਪਾਉਣ ਦੇ ਸਹਾਰੇ ਚੱਲਦੇ ਹਨ, ਸਾਹ ਲੈਂਦੇ ਨੇ, ਜਿਉਂਦੇ ਨੇ। ਤੇ ਕੱਲ੍ਹ ਨੂੰ ਮਾਲਕ ਚਾਹਵੇ ਤੇ ਆਪਣਾ ਨਿਯਮ ਬਦਲ ਵੀ ਸਕਦਾ ਹੈ। ਕੋਈ ਵੱਡੀ ਗੱਲ ਥੋੜ੍ਹਾ ਹੈ, ਉਹਨੂੰ ਕਿਸੇ ਕੋਲੋਂ ਸਲਾਹ ਥੋੜ੍ਹਾ ਲੈਣੀ ਪੈਣੀ ਹੈ। ਵੀ ਉਹ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਉਹ ਚਾਹਵੇ ਤੇ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਜੇਤੇ ਜੀ ਜੀਵੈ ਲੈ ਸਾਹਾ, ਜਿਵਾਲੈ ਤਾਂ ਕੇ ਆਸਾ। ਮਹਾਰਾਜ ਕਹਿੰਦੇ ਜਿੰਨੇ ਜੀਵ ਨੇ ਸਾਹ ਲੈ ਕੇ ਜਿਉਂਦੇ ਨੇ, ਉਹ ਚਾਹਵੇ ਤੇ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਫਿਰ ਨਾਲ ਹੀ ਗੁਰੂ ਸਾਹਿਬ ਨੇ ਬਾਣੀ 'ਚ ਇਹ ਵੀ ਸਾਨੂੰ ਸਮਝਾਇਆ ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਉਹਦੇ ਹੁਕਮ ਦੇ ਵਿੱਚ ਹੀ ਸਾਡਾ ਜਨਮ ਜੇ, ਉਹਦੇ ਹੁਕਮ ਦੇ ਵਿੱਚ ਹੀ ਸਾਡੀ ਮੌਤ ਹੈ। ਤੇ ਜਿਹਨੂੰ ਉਹਨੇ
ਜਨਮ ਦੇਣਾ ਹੈ ਉਹਦੇ ਜਨਮ ਨੂੰ ਕੋਈ ਰੋਕ ਨਹੀਂ ਸਕਦਾ, ਜਿਹਨੂੰ ਉਹਨੇ ਮਾਰਨਾ ਹੈ ਉਹਨੂੰ ਕੋਈ ਬਚਾ ਨਹੀਂ ਸਕਦਾ, ਜਿਹਨੂੰ ਉਹਨੇ ਬਚਾਉਣਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ, ਕੋਈ ਮਾਰ ਨਹੀਂ ਸਕਦਾ ਹੈ। ਜਿਸ ਦਾ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਜਿਹਨੂੰ ਉਹ ਬਚਾ ਰਿਹਾ ਹੈ। ਸੋ ਮਹਾਰਾਜ ਕਹਿੰਦੇ ਉਹ ਕਰਨ ਕਾਰਨ ਸਮਰੱਥ ਸਰਬ ਕਲਾ ਸਮਰੱਥ ਹੈ ਪ੍ਰਮਾਤਮਾ, ਦਾਨ ਦੇਤ ਪ੍ਰਭ ਪੂਰਨ ਹੈ। ਉਹ ਪੂਰਨ ਪ੍ਰਮਾਤਮਾ ਸਭ ਨੂੰ ਦਾਤਾਂ ਬਖਸ਼ਦਾ, ਹਰ ਜੀਵ ਨੂੰ ਦਾਤਾਂ, ਜੀਵਨ ਵੀ ਉਹਦੀ ਇੱਕ ਦਾਤ ਹੈ। ਇਹ ਜਿਹੜੀ ਪਾਉਣ ਦੇ ਸਹਾਰੇ ਸਾਡਾ ਜੀਵਨ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਹੜੇ ਮਾਲਕ ਨੇ ਨਿਰਮਲ ਪਾਣੀ ਦੀ ਦਾਤ ਬਖਸ਼ੀ, ਜਿਨ ਦੀਆ ਤੁਧ ਪਵਨ ਅਮੋਲਾ। ਸਭ ਤੋਂ ਜ਼ਿਆਦਾ ਸਾਡੀ ਜ਼ਿੰਦਗੀ 'ਚ ਕੀਮਤੀ ਚੀਜ਼ ਕਿਹੜੀ ਹੈ? ਹਵਾ। ਠੀਕ ਹੈ, ਅਸੀਂ ਰੋਟੀ ਦੀ ਖਾਤਰ, ਭੋਜਨ ਖਾਤਰ ਬਹੁਤ ਯਤਨ ਕਰਦੇ ਹਾਂ, ਪਰ ਭੋਜਨ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਪਾਣੀ। ਭੋਜਨ ਤੇ 10 ਦਿਨ ਬੰਦਾ ਨਾ ਵੀ ਖਾਵੇ ਤੇ ਜਿਉਂਦਾ ਰਹਿ ਸਕਦਾ, ਪਾਣੀ ਉਦੋਂ ਜ਼ਿਆਦਾ ਜ਼ਰੂਰੀ ਹੈ। ਪਾਣੀ ਤੋਂ ਜ਼ਿਆਦਾ ਜ਼ਰੂਰੀ ਹੈ ਹਵਾ, ਜਿਹੜੀ ਹਵਾ ਤੋਂ ਬਿਨਾਂ ਆਪਾਂ ਪਲ ਵੀ ਜਿਉਂਦੇ ਨਹੀਂ ਰਹਿ ਸਕਦੇ ਹਾਂ। ਉਹ ਹਵਾ ਸਾਨੂੰ ਬਾਜ਼ਾਰੋਂ ਨਹੀਂ ਖਰੀਦਣੀ ਪੈਂਦੀ, ਉਹ ਹਵਾ ਕਮਾਉਣ ਦੇ ਲਈ ਸਾਨੂੰ ਦੇਸ਼ੋਂ ਪ੍ਰਦੇਸ਼ ਨਹੀਂ ਜਾਣਾ ਪੈਂਦਾ, ਨੌਕਰੀ ਨਹੀਂ ਕਰਨੀ ਪੈਂਦੀ। ਉਹ ਹਵਾ ਮਾਲਕ ਨੇ ਬਿਲਕੁਲ ਮੁਫਤ 'ਚ ਸਾਨੂੰ ਬਖਸ਼ੀ ਹੋਈ ਹੈ। ਮਹਾਰਾਜ ਕਹਿੰਦੇ ਕਿੰਨੀਆਂ ਦਾਤਾਂ ਨੇ ਉਹਦੀਆਂ। ਇਹ ਤੇ ਅਸੀਂ ਅਕਿਰਤ ਹਣ ਹਾਂ, ਜਿਹੜੇ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਸਾਰਾ ਕੁਝ ਖਾਈ ਜਾਂਦੇ, ਭੋਗੀ ਵੀ ਜਾਂਦੇ ਹਾਂ, ਨਾਲ ਕਹੀ ਜਾਂਦੇ ਹਾਂ ਜੀ ਰੱਬ ਨੇ ਸਾਨੂੰ ਕੀ ਦਿੱਤਾ, ਰੱਬ ਸਾਡਾ ਕੀ ਸਵਾਰ ਰਿਹਾ ਹੈ। ਮਹਾਰਾਜ ਕਹਿੰਦੇ ਜੇ ਉਹ ਵਿਗਾੜਨ ਤੇ ਆ ਜਾਵੇ ਨਾ, ਇੱਕ ਖਿੰਨ ਦੇ ਵਿੱਚ ਐਸੀ ਤੇਰੀ ਖੇਡ ਵਿਗਾੜੇਗਾ, ਤੂੰ ਭਾਵੇਂ ਜਿੰਨਾ ਮਰਜੀ ਤਨ ਦਾ ਤਾਣ ਲਾ ਲਵੀਂ, ਧਨ ਦਾ ਤਾਣ ਲਾ ਲਵੀਂ, ਫਿਰ ਖੇਡ ਤੇਰੇ ਕਾਬੂ 'ਚ ਨਹੀਂ ਆ ਸਕਦੀ। ਹੁਣ ਲੱਗੀ ਹੈ ਦੁਨੀਆ, ਇਸੇ ਨੂੰ ਗੁਰੂ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇਂਦਾ। ਉਹ ਚਾਹੇ ਵੱਡੇ ਵੱਡੇ ਬਾਦਸ਼ਾਹ ਨੂੰ ਵੀ ਫਕੀਰ ਭਿਖਾਰੀ ਕੰਗਾਲ ਬਣਾ ਸਕਦਾ। ਇੱਕ ਪਲ ਦੀ ਖੇਡ ਹੈ, ਉਹਨੂੰ ਚੈਲੰਜ ਨਾ ਕਰੋ। ਸਾਰੀਆਂ ਦਾਤਾਂ ਉਹ ਦੇਣ ਵਾਲਾ ਹੈ। ਅਸੀਂ ਅਗਿਆਨੀ ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਖੈਰ ਮਹਾਰਾਜ ਕਹਿੰਦੇ ਦਾਨ ਦੇਤ ਪ੍ਰਭ ਪੂਰਨ ਹੈ, ਉਹ ਸਭ ਨੂੰ ਦਾਤਾਂ ਬਖਸ਼ਦਾ ਹੈ। ਕਿਉਂਕਿ ਆਪਾਂ ਮੰਗਦੇ ਹਾਂ, ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ। ਨਿਰਾਸ ਆਸ ਕਰਨੰ ਸਗਲ ਅਰਥ ਆਲਿਆ। ਨਿਰਾਸਿਆਂ ਦੀਆਂ ਆਸਾਂ ਉਹ ਮਾਲਕ ਪੂਰੀਆਂ ਕਰਨ ਵਾਲਾ ਹੈ। ਨਿਰਾਸਿਆਂ ਦੀਆਂ ਆਸਾਂ ਉਹ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ ਸੋ। ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਫਿਰ ਮਹਾਰਾਜ ਕਹਿੰਦੇ ਸਗਲ ਅਰਥ ਆਲਿਆ। ਆਲਿਆ ਦਾ ਭਾਵ ਹੈ ਘਰ, ਅਰਥ ਦਾ ਭਾਵ ਹੈ ਪਦਾਰਥ। ਸਾਰੇ ਦੇ ਸਾਰੇ ਸੁੱਖਾਂ ਪਦਾਰਥਾਂ ਦਾ ਉਹ ਘਰ ਹੈ। ਭਾਵ ਸਾਰੇ ਪਦਾਰਥ ਮਾਲਕ ਦੇ ਕੋਲ ਹਨ। ਅਸੀਂ ਨਿਮਰਤਾ ਸਹਿਤ ਭਿਖਾਰੀ ਬਣ ਕੇ ਮੰਗੀਏ, ਮੰਗਦੇ ਹਾਂ, ਉਹ ਸਾਨੂੰ ਸਾਰਾ ਕੁਝ ਬਖਸ਼ਦਾ ਹੈ। ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕੈ। ਉਹ ਵਾਹਿਗੁਰੂ ਗੁਣ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਦਾ ਸਿਮਰਨ ਕਰਨਾ ਹੈ। ਜਿਹੜੇ ਜੀਵ ਭਿਖਾਰੀ ਬਣ ਕੇ, ਜਾਚਕ ਬਣ ਕੇ ਮਾਲਕ ਦੇ ਦਰ ਦੇ ਮੰਗਤੇ ਬਣ ਕੇ ਮਾਲਕ ਤੋਂ ਮੰਗਦੇ ਨੇ, ਉਹ ਗੁਣਾਂ ਦਾ ਸਮੁੰਦਰ, ਗੁਣਾਂ ਦਾ ਸਾਗਰ, ਉਹਨਾਂ ਨੂੰ ਫਿਰ ਕੋਈ ਤੋਟ ਘਾਟ ਨਹੀਂ ਜੇ ਰਹਿਣ ਦਿੰਦਾ। ਜ਼ੋਰ ਨਹੀਂ, ਮਾਲਕ 'ਤੇ ਜ਼ੋਰ ਨਹੀਂ ਚੱਲ ਸਕਦਾ। ਆਪਾਂ ਜਪਜੀ ਸਾਹਿਬ ਦੀ ਪੌੜੀ 'ਚ ਵੀ ਪੜ੍ਹਦੇ ਹਾਂ ਕਿ ਸਾਡਾ ਜ਼ੋਰ ਕੁਝ ਨਹੀਂ ਹੈ। ਜਿਹੜੇ ਜ਼ੋਰ ਦਾ ਬੰਦਾ ਹੰਕਾਰ ਕਰਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੂਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋ, ਉਹਦੇ ਹੱਥ ਹੈ ਸਾਰਾ ਜ਼ੋਰ, ਸਾਰੀ ਤਾਕਤ। ਉਹ ਸਾਰੇ ਸੰਸਾਰ ਨੂੰ ਬਣਾ ਕੇ ਵੇਂਦਾ ਸੰਭਾਲਦਾ ਪਿਆ ਹੈ। ਕਿਸੇ ਨੂੰ ਉੱਚਾ, ਕਿਸੇ ਨੂੰ ਨੀਵਾਂ, ਕਿਸੇ ਨੂੰ ਕਿਸੇ ਤਰ੍ਹਾਂ ਦਾ ਉਹ ਆਪ ਬਣਾਉਂਦਾ ਹੈ। ਨਾਨਕ ਪ੍ਰਭ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ। ਮਾਟੀ ਏਕ ਅਨੇਕ ਭਾਂਤ ਕਰ ਸਾਜੀ,
ਸਾਜਣਹਾਰੇ। ਉਹ ਸਿਰਜਣਹਾਰ ਪਰਮਾਤਮਾ ਨੇ ਸਾਰੀ ਇਹ ਰਚਨਾ ਰਚੀ ਹੋਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਭ ਨੂੰ ਦਾਤਾਂ ਬਖਸ਼ ਰਿਹਾ ਹੈ। ਜਿਹੜਾ ਉਹਦੀ ਸ਼ਰਨ ਦੇ ਵਿੱਚ ਜੁੜ ਕੇ ਉਹਨੂੰ ਸਮਰਪਿਤ ਹੁੰਦਾ, ਫਿਰ ਉਹਨੂੰ ਮਾਲਕ ਕੋਈ ਘਾਟ ਕੋਈ ਤੋਟ ਰਹਿਣ ਹੀ ਨਹੀਂ ਦਿੰਦਾ ਹੈ। ਉਹਦੇ ਪਿੱਛੇ ਇੱਕ ਹੈ ਬੰਦੇ ਦਾ ਪਦਾਰਥਾਂ ਮਾਇਆ ਪਿੱਛੇ ਭਟਕਣਾ, ਇੱਕ ਫਿਰ ਐਸੀ ਅਵਸਥਾ ਬਣਦੀ ਹੈ ਜਦੋਂ ਮਾਇਆ ਆਪ ਪਿੱਛੇ ਪਿੱਛੇ ਆਉਂਦੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਨੇ ਉਹ ਅੰਦਰ ਵਸਾ ਲਿਆ ਉਹਨਾਂ ਨੂੰ ਫਿਰ ਮਾਲਕ ਕੋਈ ਤੋਟ ਨਹੀਂ ਰਹਿਣ ਦਿੰਦਾ। ਇੱਦੋਂ ਅੱਗੇ 44 ਨੰਬਰ ਸ਼ਲੋਕ 'ਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਤੇ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਦੇ ਹਨ ਕਿ ਜਿਹੜੇ ਸਤ ਸੰਗਤ 'ਚ ਜੁੜ ਕੇ ਤੇ ਉਸ ਦਿਆਲੂ ਕਿਰਪਾਲੂ ਵਾਹਿਗੁਰੂ ਦੇ ਚਰਨਾਂ ਦਾ ਸਹਾਰਾ ਤੇ ਓਟ ਆਸਰਾ ਤੱਕ ਲੈਂਦੇ ਹਨ, ਉਹਨਾਂ ਦੇ ਲਈ ਫਿਰ ਜ਼ਿੰਦਗੀ ਦਾ ਇਹ ਜਿਹੜਾ ਸਫ਼ਰ ਹੈ ਉਹ ਕਿੱਦਾਂ ਦਾ ਹੋ ਨਿਬੜਦਾ ਹੈ। ਕਿਉਂਕਿ ਆਮ ਤੌਰ 'ਤੇ ਆਪਾਂ ਸਧਾਰਨ ਸੋਚ ਸਾਹਮਣੇ ਰੱਖ ਕੇ ਬੰਦਾ ਜਿਉਂਦਾ ਹੈ, ਕਿਉਂਕਿ ਸੁੱਖ ਤੇ ਸਾਨੂੰ ਨਾਲੇ ਨਾਲ ਭੁੱਲਦੇ ਜਾਂਦੇ ਹਨ। ਦੁੱਖ ਰਹਿੰਦੇ ਨੇ ਚੇਤੇ, ਮੁਸੀਬਤਾਂ ਚੇਤੇ ਰਹਿੰਦੀਆਂ ਨੇ। ਹੁਣ ਕਿਸੇ ਨੂੰ ਆਪਾਂ ਪੁੱਛ ਲਈਏ, ਬੰਦਾ ਇਹ ਤੇ ਬੜਾ ਦੱਸੇਗਾ ਜੀ ਮੈਂ ਬੜਾ ਸੰਘਰਸ਼ ਕਰਦਿਆਂ ਇੱਥੋਂ ਤੱਕ ਪਹੁੰਚਿਆ ਹਾਂ, ਪਰ ਉਹਨੂੰ ਇਹ ਪੁੱਛੀਏ ਤੂੰ ਸੁੱਖ ਕਿੰਨੇ ਕੁ ਜ਼ਿੰਦਗੀ 'ਚ ਭੋਗੇ ਨੇ, ਉਹ ਤੇ ਬੰਦਾ ਕੋਈ ਦੱਸਦਾ ਹੀ ਨਹੀਂ ਆ। ਵੱਡੇ ਵੱਡੇ ਲਿਖਾਰੀਆਂ ਨੇ ਕਿਤਾਬਾਂ ਲਿਖੀਆਂ ਨੇ ਆਪਣੇ ਸੰਘਰਸ਼ ਤੇ ਉਹਨਾਂ ਨੇ ਕਿਤਾਬਾਂ ਲਿਖ ਦਿੱਤੀਆਂ, ਪਰ ਜਿਹੜੇ ਸੁੱਖ ਭੋਗੇ ਉਹ ਕਿਸੇ ਨੇ ਨਹੀਂ ਲਿਖਿਆ ਕਿ ਮੈਂ ਕੀ ਸੁੱਖ ਭੋਗਦਾ ਆ। ਸੋ ਜ਼ਿੰਦਗੀ ਦੀਆਂ ਰੁਕਾਵਟਾਂ, ਪਰੇਸ਼ਾਨੀਆਂ, ਦੁੱਖ, ਸਹਿਮ, ਇਹ ਚੀਜ਼ਾਂ ਸਾਨੂੰ ਹਮੇਸ਼ਾ ਚੇਤੇ ਰਹਿੰਦੀਆਂ ਨੇ। ਤੇ ਅੱਗੇ ਵੀ ਅਸੀਂ ਜਦੋਂ ਫਿਊਚਰ ਵੱਲ ਆਪਣੇ ਵੱਲ ਵੇਂਦੇ ਸਾਨੂੰ ਇਹ ਕੁਝ ਸਾਹਮਣੇ ਵੀ ਦਿਸਦਾ ਹੈ ਕਿ ਕਿਧਰੇ ਕੋਈ ਬਿਮਾਰੀ, ਕੋਈ ਪਰੇਸ਼ਾਨੀ, ਕੋਈ ਗਮੀ, ਕੋਈ ਸੋਗ, ਇੱਦਾਂ ਦੀ ਰੁਕਾਵਟ ਸਾਡੀ ਜ਼ਿੰਦਗੀ 'ਚ ਆਣ ਨਾ ਬਣ ਜਾਏ। ਸੋ ਮਹਾਰਾਜ ਕਹਿੰਦੇ ਜਿਹੜੇ ਮਾਲਕ ਨੂੰ ਧਿਆਉਂਦੇ ਨੇ, ਗੁਰੂ ਦੀ ਸ਼ਰਨ ਵਾਹਿਗੁਰੂ ਦੀ ਸ਼ਰਨ 'ਚ ਜੁੜਦੇ ਹਨ, ਉਹਨਾਂ ਦੇ ਲਈ ਫਿਰ ਕਿੱਦਾਂ ਮੰਨੈ ਮਾਰਗ ਠਾਕ ਨਾ ਪਾਏ, ਕੋਈ ਰੁਕਾਵਟ ਉਹਨਾਂ ਦੇ ਰਸਤੇ 'ਚ ਨਹੀਂ ਰਹਿੰਦੀ। ਗੁਰਮੁਖ ਆਏ ਜਾਏ ਨਿਸੰਗ ਵਾਲੀ ਖੇਡ ਕਿੱਦਾਂ ਵਰਤਦੀ ਹੈ ਉਹ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ। ਕਹਿੰਦੇ ਦੁਰਗਮ ਸਥਾਨ ਸੁਗਮੰ ਮਹਾਂਦੂਖ ਸਰਬ ਸੂਖਣ। ਜਿਹੜਾ ਸੰਗਤ 'ਚ ਜੁੜਿਆ, ਵਾਹਿਗੁਰੂ ਦੇ ਚਰਨਾਂ 'ਚ ਜੁੜ ਗਿਆ ਜਿਹੜਾ, ਉਹਦੇ ਲਈ ਫਿਰ ਅਪਹੁੰਚ ਤੇ ਜਿਹੜੀ ਔਖੀ ਥਾਂ ਹੈ ਉਹ ਵੀ ਬੜੀ ਸੌਖੀ ਬਣ ਜਾਂਦੀ ਹੈ। ਦੁਰਗਮ ਦਾ ਭਾਵ ਹੈ ਜਿੱਥੇ ਪਹੁੰਚਣਾ ਬੜਾ ਔਖਾ ਹੈ। ਭਾਈ ਬਿਧੀ ਚੰਦ ਨੂੰ ਸਤਿਗੁਰੂ ਕਹਿਣ ਲੱਗੇ ਲਾਹੌਰ ਤੋਂ ਘੋੜੇ ਲਿਆਉਣੇ ਨੇ। ਹੁਣ ਲਾਹੌਰ ਤੋਂ ਸ਼ਾਹੀ ਹਕੂਮਤ ਦੇ ਕੋਲ ਉਹ ਘੋੜੇ ਸਨ ਦਿਲਬਾਗ ਤੇ ਗੁਲਬਾਗ, ਜਿਹੜੇ ਘੋੜੇ ਸਿੱਖ ਗੁਰੂ ਘਰ ਵੱਲ ਲਿਆਉਂਦਾ ਪਿਆ ਸੀ, ਪਰ ਉਹ ਲਾਹੌਰ ਵਾਲੇ ਹਾਕਮਾਂ ਨੇ ਰਸਤੇ 'ਚ ਆਪਣੇ ਕਬਜ਼ੇ 'ਚ ਕਰ ਲਏ ਤੇ ਕਰੜੀ ਨਿਗਰਾਨੀ ਦੇ ਵਿੱਚ ਉਹ ਘੋੜੇ ਰੱਖੇ ਨੇ ਕਿ ਘੋੜੇ ਕੋਈ ਲੈ ਨਾ ਜਾਵੇ। ਮਹਾਰਾਜ ਕਹਿਣ ਲੱਗੇ ਬਿਧੀ ਚੰਦ ਹੁਣ ਤੂੰ ਜਾ, ਇਹ ਸੇਵਾ ਤੂੰ ਕਰ, ਘੋੜੇ ਤੂੰ ਲੈ ਕੇ ਆ। ਹੁਣ ਕੰਮ ਕੋਈ ਸੌਖਾ ਨਹੀਂ ਸੀ ਤੇ ਭਾਈ ਬਿਧੀ ਚੰਦ ਨੂੰ ਕੋਈ ਗੁਰੂ ਨੇ ਇੰਨੀਆਂ ਫੌਜਾਂ ਦੇ ਕੇ ਨਹੀਂ ਤੋਰਿਆ ਕਿ ਜਾ ਕੇ ਲਾਹੌਰ ਜੰਗ ਕਰਨੀ ਤੇ ਜਿੱਤ ਕੇ ਘੋੜੇ ਆਪਣੇ ਲੈ ਆਉਣੇ। ਕੱਲਾ ਹੀ ਗਿਆ ਹੈ। ਕੋਲ ਕੀ ਸੀ? ਗੁਰੂ ਦਾ ਥਾਪੜਾ, ਗੁਰੂ ਦੀ ਆਸੀਸ ਤੇ ਸਤਿਗੁਰਾਂ ਦੀ ਰਹਿਮਤ ਸਦਕਾ ਪਹਿਲੀ ਵਾਰ ਇੱਕ ਘੋੜਾ ਉਹ ਲਿਆਏ ਹਨ, ਦੂਜੀ ਵਾਰ ਫਿਰ ਦੂਜਾ ਘੋੜਾ ਵੀ ਲੈ ਆਏ ਹਨ। ਬਹੁਤ ਲੰਬੀ ਸਾਖੀ ਹੈ, ਉਹਦਾ ਜ਼ਿਕਰ ਨਹੀਂ ਕਰਨਾ, ਪਰ ਵੇਖੋ ਜਦੋਂ ਗੁਰੂ ਦੀ ਰਹਿਮਤ, ਗੁਰੂ ਦਾ ਥਾਪੜਾ ਕੰਢ ਤੇ ਹੋਵੇ ਤੇ ਜਿੱਥੇ ਪਹੁੰਚਣਾ ਔਖਾ ਹੈ ਬੰਦਾ ਉੱਥੇ ਪਹੁੰਚ ਵੀ ਜਾਂਦਾ ਹੈ ਤੇ ਜਿੱਤ ਦੇ ਝੰਡੇ ਵੀ ਬੁਲੰਦ ਕਰਦਾ ਹੈ ਜਦੋਂ ਮਾਲਕ ਦੀ ਰਹਿਮਤ ਹੋਏ। ਬਚਿੱਤਰ ਸਿੰਘ ਨੂੰ ਮਹਾਰਾਜ ਨੇ ਭਾਈ ਸਾਹਿਬ ਨੂੰ ਕਿਹਾ ਸੀ ਕਿ ਕੀ ਹੋਇਆ ਜੇ ਦੁਨੀ ਚੰਦ ਭੱਜ ਗਿਆ, ਤੂੰ ਜਾ, ਹਾਥੀ ਦਾ ਮੁਕਾਬਲਾ ਹੀ ਕਰਨਾ ਹੈ। ਤੇ ਮਧਰੇ ਕੱਦ ਵਾਲੇ ਭਾਈ ਬਚਿੱਤਰ ਸਿੰਘ ਨੇ ਗੁਰੂ ਦੇ ਚਰਨਾਂ ਦਾ ਸਹਾਰਾ ਲਿਆ, ਬੱਬਰ ਸ਼ੇਰ ਦੀ ਤਰ੍ਹਾਂ ਜਾ ਕੇ ਹਾਥੀ ਦਾ ਮੁਕਾਬਲਾ ਕੀਤਾ। ਮਿੰਟਾਂ ਸਕਿੰਟਾਂ 'ਚ ਹੀ ਹਾਥੀ ਦਾ ਮੂੰਹ ਮੋੜ ਕੇ ਰੱਖ ਦਿੱਤਾ। ਸੌਖਾ ਨਹੀਂ ਸੀ ਹਾਥੀ ਦਾ ਮੁਕਾਬਲਾ ਕਰਨਾ, ਪਰ ਗੁਰੂ ਦੇ ਥਾਪੜੇ ਸਦਕਾ ਸਿੱਖ ਉਹ ਉੱਚੀ ਅਵਸਥਾ 'ਚ ਪਹੁੰਚ ਗਿਆ, ਅੰਦਰੋਂ ਬਾਹਰੋਂ ਬਲਵਾਨ ਹੋ ਗਿਆ। ਉਹਨੂੰ ਵੱਡੀ ਮੰਜ਼ਿਲ ਵੀ ਬੜੀ ਛੋਟੀ ਜਿਹੀ ਲੱਗੀ, ਬੜੀ ਛੋਟੀ ਜਿਹੀ। ਸੋ ਮਹਾਰਾਜ ਕਹਿੰਦੇ ਦੁਰਗਮ ਸਥਾਨ ਸੁਗਮੰ, ਔਖੀ ਥਾਂ ਵੀ ਸੌਖੀ ਬਣ ਜਾਂਦੀ ਹੈ ਜਦੋਂ ਮਾਲਕ ਦੀ ਅਸੀਸ
ਵਾਹਿਗੁਰੂ ਦਾ ਨਾਮ ਤੇ ਗੁਰੂ ਦਾ ਥਾਪੜਾ ਕੰਧ ਤੇ ਹੋਵੇ। ਮਹਾਂ ਦੁੱਖ ਸਰਬ ਸੁਖਣ, ਵੱਡੇ ਤੋਂ ਵੱਡੇ ਦੁੱਖ ਵੀ ਸੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਹਨ। ਵੱਡੇ ਤੋਂ ਵੱਡੇ ਦੁੱਖ ਵੀ ਇੱਕ ਖਿਣ ਦੇ ਵਿੱਚ ਮੁੱਕ ਜਾਂਦੇ ਹਨ ਜਦੋਂ ਗੁਰੂ ਦਾ ਥਾਪੜਾ, ਵਾਹਿਗੁਰੂ ਦਾ ਨਾਮ, ਗੁਰੂ ਦੀ ਸ਼ਰਨ ਜੀਵ ਦਾ ਸਹਾਰਾ ਬਣੇ। ਦੁਰਬਚਨ ਭੇਦ ਭਰਮੰ, ਸਾਕਤ ਪਿਸਨੰ ਤਾਂ ਸੁਰਜਨੈ। ਮਹਾਰਾਜ ਕਹਿੰਦੇ ਕੀ ਹੁੰਦਾ ਹੈ, ਕਈ ਵਾਰ ਦੂਜੇ ਦੇ ਮਨ 'ਚ ਇੱਕ ਭਰਮ ਬਣ ਗਿਆ ਤੇ ਸਾਡੀ ਉਹਦੇ ਤੋਂ ਵਿੱਥ ਬਣ ਗਈ। ਫਿਰ ਉਹ ਬੰਦਾ ਸਾਡੀ ਨਿੰਦਿਆ ਕਰਦਾ, ਚੁਗਲੀ ਕਰਦਾ, ਇੱਦਾਂ ਦੇ ਬੋਲ ਬੋਲਦਾ ਹੈ ਕਿ ਕਈ ਤਰ੍ਹਾਂ ਦੇ ਟੁਕੜੇ ਕਰਨ ਵਾਲੇ ਔਰ ਵੰਡਣ ਵਾਲੇ ਉਹ ਬੋਲ ਬੋਲਦਾ ਹੈ। ਮਹਾਰਾਜ ਕਹਿੰਦੇ ਕੋਈ ਇੱਦਾਂ ਦਾ ਵੀ ਹੋਵੇ ਜਿਹੜਾ ਦੁਰਬਚਨ ਵੀ ਹਰ ਵਕਤ ਬੋਲਦਾ ਰਹਿੰਦਾ ਹੋਵੇ, ਨਿੰਦਿਆ ਹੀ ਕਰਦਾ ਰਹਿੰਦਾ ਹੋਵੇ, ਉਹ ਸਾਕਤ, ਉਹ ਚੁਗਲਖੋਰ, ਮਹਾਰਾਜ ਕਹਿੰਦੇ ਉਹ ਵੀ ਸੱਜਣ ਬਣ ਜਾਂਦਾ ਜੀ। ਭਾਵ ਜਿਹੜਾ ਅੱਜ ਸਾਡੀ ਨਿੰਦਿਆ, ਕੱਲ੍ਹ ਤੱਕ ਸਾਡੀ ਨਿੰਦਿਆ ਕਰ ਰਿਹਾ ਸੀ, ਅੱਜ ਉਹ ਸਾਡੀ ਉਸਤਤ ਕਰੇਗਾ। ਕਦੋਂ? ਜਦੋਂ ਆਪਾਂ ਪੂਰੀ ਤਰ੍ਹਾਂ ਗੁਰੂ ਦੀ ਸ਼ਰਨ ਤੇ ਵਾਹਿਗੁਰੂ ਦੇ ਨਾਮ ਨੂੰ ਸਮਰਪਿਤ ਹੋਵਾਂਗੇ। ਉਦੋਂ ਫਿਰ ਆਪਣੇ ਆਪ ਮਾੜਾ ਬੋਲਣ ਵਾਲਿਆਂ ਦੇ ਬੋਲ ਬਦਲ ਜਾਂਦੇ ਹਨ। ਪਿਸ਼ਨੰਗ ਦਾ ਭਾਵ ਹੈ ਚੁਗਲਖੋਰ, ਸਾਕਤ ਦਾ ਭਾਵ ਹੈ ਰੱਬ ਤੋਂ ਟੁੱਟਿਆ ਹੋਇਆ, ਦੁਰਬਚਨ ਦਾ ਭਾਵ ਹੈ ਮਾੜੇ ਬਚਨ। ਮਹਾਰਾਜ ਕਹਿੰਦੇ ਜਿਹੜਾ ਭਰਮ 'ਚ ਫਸ ਕੇ ਮਾੜੇ ਬਚਨ ਬੋਲਦਾ ਹੈ, ਅੰਦਰ ਨੂੰ ਵਿੰਨਣ ਵਾਲੇ ਬੋਲ ਬੋਲਦਾ ਹੈ, ਉਹ ਵੀ ਮਿੱਤਰ ਸੱਜਣ ਬਣ ਜਾਂਦਾ ਹੈ ਜਦੋਂ ਗੁਰੂ ਦੀ ਸੰਗਤ ਤੇ ਵਾਹਿਗੁਰੂ ਦੇ ਨਾਮ ਦਾ ਸਹਾਰਾ ਜੀਵਨ 'ਚ ਬਣ ਜਾਏ। ਅੱਗੇ ਸਤਿਗੁਰੂ ਕਹਿੰਦੇ ਅਸਥਿਤੰ ਸੋਗ ਹਰਖੰ, ਭੈ ਖੀਣੰ ਤਾਂ ਨਿਰਭਵੈ। ਟਿਕਾ ਵਾਲੀ ਬਿਰਤੀ ਬਣ ਜਾਂਦੀ। ਅਸਥਿਤੰਗ ਦਾ ਭਾਵ ਹੈ ਟਿਕਾ ਵਾਲੀ। ਹਰਖ ਤੇ ਸੋਗ ਤੋਂ ਸੁਰਤ ਉੱਪਰ ਉੱਠ ਜਾਂਦੀ ਹੈ। ਨਾ ਦੁੱਖ ਦੁਖੀ ਕਰਦੇ ਹਨ, ਨਾ ਬੰਦਾ ਸੁੱਖ ਦੇ ਵਿੱਚ ਰੱਬ ਨੂੰ ਭੁਲਾਉਂਦਾ ਹੈ। ਹਰ ਵਕਤ ਭੈ ਖੀਣੰਗ, ਡਰ ਕਰਕੇ ਕਮਜ਼ੋਰ ਰਹਿਣ ਵਾਲਾ ਬੰਦਾ ਵੀ ਨਿਰਭੈ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜੇ ਭੈ ਜੀਵਨ 'ਚ ਹੋਵੇ ਤੇ ਫਿਰ ਬੰਦਾ ਸਹਿਮਿਆ ਰਹਿੰਦਾ। ਜਿਵੇਂ ਪਿੱਛੇ ਸਤਿਗੁਰੂ ਨੇ ਇੱਕ ਸ਼ਲੋਕ 'ਚ ਉਦਾਹਰਣ ਵੀ ਦਿੱਤੀ ਸੀ ਕਿ ਅਜਾ ਭੁਗੰਤ ਕੰਧ ਮੂਲੈ ਬਸੰਤੈ ਸਮੀਪ ਕਹਿਰੈ। ਬੱਕਰੀ ਖਾਂਦੀ ਤੇ ਬਹੁਤ ਚੰਗਾ ਪਈ ਹੈ, ਪਰ ਬੰਨਿਆ ਹੈ ਉਹਨੂੰ ਸ਼ੇਰ ਦੇ ਬਿਲਕੁਲ ਸਾਹਮਣੇ, ਤੇ ਖਾਂਦੀ ਵੀ ਹੈ ਤੇ ਅੰਦਰੋਂ ਸਹਿਮੀ ਰਹਿੰਦੀ ਹੈ ਤੇ ਤਗੜੀ ਨਹੀਂ ਹੁੰਦੀ ਹੈ। ਕਾਰਨ ਕੀ ਹੈ? ਡਰ ਹੈ। ਤੇ ਡਰ ਕਰਕੇ, ਘਬਰਾਹਟ ਕਰਕੇ, ਭੈ ਕਰਕੇ ਫਿਰ ਬੰਦਾ ਅੰਦਰੋਂ ਅੰਦਰੀ ਕਮਜ਼ੋਰ ਹੁੰਦਾ ਜਾਂਦਾ ਹੈ। ਮਹਾਰਾਜ ਕਹਿੰਦੇ ਉਹਦੇ ਜੀਵਨ ਦੇ ਸਾਰੇ ਡਰ ਮੁੱਕ ਜਾਂਦੇ ਹਨ। ਉਹ ਨਿਰਭੈ ਵਾਹਿਗੁਰੂ ਦੇ ਨਾਲ ਜੁੜ ਕੇ ਨਿਰਭੈ ਬਣਦਾ ਹੈ। ਜਿਨ੍ਹਾਂ ਨਿਰਭੈ ਪਰਮਾਤਮਾ ਦੀ ਸ਼ਰਨ ਤੱਕ ਲਈ ਤੇ ਨਿਰਭੈ ਪਰਮਾਤਮਾ ਦੇ ਨਾਮ ਨੂੰ ਸਹਾਰਾ ਬਣਾ ਲਿਆ। ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਗੁਰੂ ਕੀ ਬਾਣੀ ਦਾ ਬਚਨ ਹੈ, ਡੱਡਾ ਡਰ ਉਪਜੈ ਡਰ ਜਾਏ। ਅੰਦਰ ਜੇ ਰੱਬ ਦਾ ਡਰ ਪੈਦਾ ਹੋ ਜਾਏ ਨਾ ਤੇ ਦੁਨੀਆ ਦੇ ਡਰ ਮੁੱਕ ਜਾਂਦੇ ਨੇ। ਉਹਦਾ ਕਾਰਨ ਕੀ ਹੈ? ਜਿਹਦੇ ਅੰਦਰ ਰੱਬ ਦਾ ਡਰ ਪੈਦਾ ਹੋ ਗਿਆ ਫਿਰ ਉਹ ਗੁਨਾਹ ਨਹੀਂ ਕਰਦਾ। ਗੁਨਾਹ ਕੌਣ ਕਰਦਾ? ਜਿਹੜਾ ਕਹਿੰਦਾ ਕੋਈ ਪਰਵਾਹ ਨਹੀਂ, ਕਿਹੜਾ ਕੋਈ ਵੇਂਦਾ ਪਿਆ, ਮੈਂ ਨਹੀਂ ਮੰਨਦਾ ਕਿਸੇ ਰੱਬ ਰੂਬ ਨੂੰ, ਉਹ ਫਿਰ ਗੁਨਾਹ ਕਰਦਾ ਹੈ, ਫਿਰ ਡਰਦਾ ਹੈ। ਪਰ ਜਿਹਨੂੰ ਪਤਾ ਹੈ ਕਿ ਮੇਰਾ ਮਾਲਕ ਤੇ ਹਰ ਥਾਂ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਉਹ ਬੰਦਾ ਮਾੜਾ ਕੰਮ ਨਹੀਂ ਕਰਦਾ। ਗੁਰੂ ਦੀ ਭੈ ਭਾਵਨੀ ਮਨ 'ਚ ਰੱਖਦਾ, ਉਹਦੇ ਅੰਦਰ ਡਰ ਸਹਿਮ ਵੀ ਨਹੀਂ ਰਹਿੰਦਾ ਹੈ। ਅੱਗੇ ਗੁਰੂ ਕਹਿੰਦੇ ਭੈ ਅਟਵਿਯੰਗ ਮਹਾਨਗਰ ਬਾਸੰ, ਧਰਮ ਲਖਿਆਣ ਪ੍ਰਭ ਮਇਆ। ਭੈ ਅਟਵਿਯੰਗ ਮਹਾਨਗਰ ਬਾਸੰ। ਭੈ ਅਟਵਿਯੰਗ ਦਾ ਭਾਵ ਹੈ ਕਿ ਕੋਈ ਡਰਾਉਣੇ ਜੰਗਲ ਬੀਆਬਾਨ ਦੇ ਵਿੱਚ ਵੀ ਭਟਕਦਾ ਹੋਵੇ, ਜਾਂ ਕੋਈ ਇੱਦਾਂ ਦੀ ਜਗ੍ਹਾ ਜਿਹੜੀ ਬੜੀ ਡਰਾਉਣੀ ਹੋਵੇ, ਉਹਦੇ ਲਈ ਬੜੀ ਸੋਹਣੀ ਸੁਖਦਾਈ ਵਸੋਂ ਵਾਲੀ ਉਹ ਜਗ੍ਹਾ ਬਣ ਜਾਂਦੀ ਹੈ। ਜਿਹੜਾ ਵਾਹਿਗੁਰੂ ਦੇ ਨਾਮ ਤੇ ਗੁਰੂ ਦੀ ਸ਼ਰਨ, ਮਾਲਕ ਦੀ ਸ਼ਰਨ ਨੂੰ ਸਹਾਰਾ ਬਣਾ ਲੈਂਦਾ, ਉਹਨੂੰ ਗੁਰੂ ਕਹਿੰਦੇ ਧਰਮ ਵਾਲੇ ਸਾਰੇ ਦੇ ਸਾਰੇ ਗੁਣ ਮਿਲ ਜਾਂਦੇ ਹਨ। ਲਖਿਆਣ ਸ਼ਬਦ ਪੜ੍ਹਨਾ ਹੈ, ਖੱਖੇ ਦੇ ਸਿਹਾਰੀ ਲਗਾ ਕੇ ਅੱਗੇ ਐੜਾ ਤੇ ਨਾਣਾ। ਉਹਨੂੰ ਸਾਰੇ ਧਰਮ ਦੇ ਲੱਛਣ, ਧਰਮ ਦੇ ਗੁਣ ਪ੍ਰਾਪਤ ਹੁੰਦੇ ਹਨ। ਪ੍ਰਭ ਮਇਆ, ਵਾਹਿਗੁਰੂ ਦੀ ਉਹਦੇ ਤੇ ਮਇਆ ਭਾਵ ਕਿਰਪਾ ਰਹਿਮਤ ਵਰਤਦੀ ਹੈ। ਸਾਧ ਸੰਗਮ ਰਾਮ ਰਾਮ ਰਮਣੰ, ਸ਼ਰਨ ਨਾਨਕ ਹਰ ਹਰ ਦਿਆਲ ਚਰਨੰ।
ਇਹ ਸਾਰੀਆਂ ਜਿਹੜੀਆਂ ਪਹਿਲਾਂ ਉੱਪਰ ਗੁਰੂ ਨੇ ਦਾਤਾਂ ਬਖਸ਼ੀਆਂ, ਕਹਿੰਦੇ ਕਿਹਨੂੰ ਮਿਲਦੀਆਂ ਨੇ ਇਹ ਸਾਰੀਆਂ ਦਾਤਾਂ? ਜਿਹੜਾ ਬੰਦਾ ਸਾਧ ਸੰਗਤ 'ਚ ਜੁੜ ਕੇ ਪਰਮਾਤਮਾ ਨੂੰ ਧਿਆਉਂਦਾ ਹੈ ਔਰ ਜਿਹੜੇ ਜੀਵ ਨੇ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਿਆ, ਆਸਰਾ ਬਣਾ ਲਿਆ, ਉਹਦੇ ਜੀਵਨ 'ਚ ਦੁੱਖ ਕੋਈ ਨਹੀਂ ਰਹਿੰਦਾ। ਉਹਦੇ ਲਈ ਡਰਾਉਣੀਆਂ ਥਾਵਾਂ ਵੀ ਬੜੀਆਂ ਸੋਹਣੀਆਂ ਸੁਖਦਾਈ ਜਗ੍ਹਾ ਬਣਦੀਆਂ ਨੇ। ਨਿੰਦਿਆ ਕਰਨ ਵਾਲੇ ਵੀ ਉਹਦੇ ਸੱਜਣ ਬਣਦੇ ਹਨ। ਭੈ ਉਹਦੇ ਜੀਵਨ 'ਚੋਂ ਮੁੱਕ ਜਾਂਦੇ ਜੇ ਜਿਹਨੇ ਉਹਦਾ ਸਹਾਰਾ ਆਪਣੇ ਜੀਵਨ 'ਚ ਤੱਕ ਲਿਆ। ਅੱਗੇ 45 ਨੰਬਰ ਸ਼ਲੋਕ, ਇਸ ਸ਼ਲੋਕ 'ਚ ਮਹਾਰਾਜ ਮੋਹ ਦੀ ਗੱਲ ਕਰਦੇ ਹਨ। ਵੈਸੇ ਆਪਾਂ ਜਦੋਂ ਪੰਜਾਂ ਵਿਕਾਰਾਂ ਦਾ ਨਾਮ ਲੈਂਦੇ ਹਾਂ ਜਾਂ ਬਾਣੀ 'ਚ ਬਹੁਤ ਥਾਵਾਂ 'ਤੇ ਨਾਂ ਆਇਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਾਮ ਕ੍ਰੋਧ ਲੋਭ ਮੋਹ, ਮੋਹ ਨੂੰ ਗੁਰੂ ਨੇ ਚੌਥੇ ਨੰਬਰ 'ਤੇ ਗਿਣਿਆ ਹੈ ਜਾਂ ਬਾਣੀ 'ਚ। ਪਰ ਇਸ ਬਾਣੀ 'ਚ ਸਤਿਗੁਰੂ ਜੀ ਨੇ ਪੰਜਾਂ ਵਿਕਾਰਾਂ ਦੀ ਗੱਲ ਕਰਦਿਆਂ ਮੋਹ ਨੂੰ ਸਭ ਤੋਂ ਪਹਿਲੇ ਨੰਬਰ 'ਤੇ ਰੱਖ ਕੇ ਗੱਲ ਕੀਤੀ ਹੈ। ਅਗਲੇ ਇਹ 5 ਸ਼ਲੋਕਾਂ ਦੇ ਵਿੱਚ ਪਹਿਲਾਂ ਮੋਹ ਹੈ, ਫਿਰ ਕਾਮ ਕ੍ਰੋਧ ਲੋਭ ਤੇ ਹੰਕਾਰ ਦੀ ਗੱਲ ਕੀਤੀ ਗਈ। ਮੋਹ ਦੀ ਗੱਲ ਸਭ ਤੋਂ ਪਹਿਲਾਂ ਸਤਿਗੁਰੂ ਕਰ ਰਹੇ ਨੇ, ਕਿਉਂਕਿ ਮੋਹ ਬਾਰੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ ਕਿ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਾਂ ਡੂਬੀ ਅਲੇ। ਕਿ ਲੋਕ ਮੋਹ ਦੇ ਚਿੱਕੜ 'ਚ ਵੱਜੇ ਨੇ, ਫਸੇ ਪਏ ਨੇ, ਧਰਮ ਵਾਲੇ ਪਾਸੇ ਤੁਰ ਨਹੀਂ ਪਾਉਂਦੇ ਹਨ ਤੇ ਡੁੱਬ ਜਾਂਦੇ ਨੇ। ਜ਼ਿੰਦਗੀ ਬਰਬਾਦ ਤੇ ਤਬਾਹ ਹੋ ਜਾਂਦੀ ਹੈ ਮੋਹ ਕਰਕੇ। ਧੰਨ ਗੁਰੂ ਅਰਜਨ ਸਾਹਿਬ ਇਹ 45 ਨੰਬਰ ਸ਼ਲੋਕ 'ਚ ਫਰਮਾਨ ਕਰਦੇ, ਕਹਿੰਦੇ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਮਹਾਰਾਜ ਕਹਿੰਦੇ ਹੇ ਮੋਹ, ਤੂੰ ਜਿੱਤਿਆ ਨਹੀਂ ਜਾ ਸਕਦਾ, ਤੂੰ ਅਜਿੱਤ ਹੈ। ਉਸ ਸੰਗਰਾਮੀ ਯੁੱਧ ਦੇ ਸੂਰਮੇ ਦੀ ਤਰ੍ਹਾਂ ਹੈ ਤੂੰ, ਜਿਹੜਾ ਯੋਧਾ ਵੱਡੇ ਵੱਡੇ ਜੰਗਾਂ ਯੁੱਧਾਂ ਦੇ ਵਿੱਚ ਅੱਗੇ ਵੱਡੇ ਵੱਡੇ ਯੋਧਿਆਂ ਦੇ ਨਾਲ ਲੜ ਕੇ ਵੀ ਹਾਰਦਾ ਨਹੀਂ ਹੈ, ਜਿੱਤ ਪ੍ਰਾਪਤ ਕਰ ਲੈਂਦਾ ਹੈ। ਹੇ ਮੋਹ, ਤੇਰੀ ਵੀ ਹਾਲਤ ਉਸ ਯੋਧੇ ਵਰਗੀ ਹੈ। ਅਤ ਬਲਨਾ ਬਹੁ ਮਰਦਨ ਹੈ, ਤੂੰ ਬੜਾ ਬਲ ਵਾਲਾ ਹੈ ਤੇ ਵੱਡੇ ਵੱਡੇ ਬਲ ਵਾਲਿਆਂ ਨੂੰ ਵੀ ਤੂੰ ਤੈਸ ਨੈਸ ਕਰ ਦਿੰਦਾ ਹੈ ਮੋਹ ਕਰਕੇ। ਜਿਹੜੇ ਕਿਸੇ ਅੱਗੇ ਝੁਕਣ ਦੇ ਲਈ ਤਿਆਰ ਨਹੀਂ ਹੁੰਦੇ, ਮੋਹ ਕਰਕੇ ਉਹਨਾਂ ਦੇ ਵੀ ਹੱਥ ਜੁੜ ਜਾਂਦੇ ਜੀ। ਮਹਾਰਾਣਾ ਪ੍ਰਤਾਪ ਨਹੀਂ ਝੁਕਿਆ, ਝੁਕਾਉਣ ਵਾਲਿਆਂ ਬੜਾ ਯਤਨ ਕੀਤਾ, ਸਾਰਾ ਕੁਝ ਛੱਡ ਕੇ ਜੰਗਲ 'ਚ ਚਲਾ ਗਿਆ। ਘਰ ਵਾਲੀ ਹੈ, ਬੱਚੀ ਹੈ, ਝੁਕਿਆ ਨਹੀਂ। ਅੰਦਰ ਅਣਖ ਸੀ, ਯੁਰਤ ਸੀ, ਬਹਾਦਰੀ ਸੀ। ਖਾਣ ਦੇ ਲਈ ਕੁਝ ਨਾ, ਇੱਧਰੋਂ ਉੱਧਰੋਂ ਇੱਕ ਰੋਟੀ ਦਾ ਪ੍ਰਬੰਧ ਹੋਇਆ, ਕੁਝ ਇਹਨੇ ਆਪ ਖਾਧੀ, ਕੁਝ ਘਰ ਵਾਲੀ ਨੂੰ ਦਿੱਤੀ। ਆਪਣੀ ਛੋਟੀ ਜਿਹੀ ਬੱਚੀ ਦੇ ਹੱਥ 'ਤੇ ਜਦੋਂ ਉਹ ਭੋਜਨ ਦੀ ਗਰਾਹੀ ਰੱਖੀ, ਜੰਗਲੀ ਬਿੱਲਾ ਆਇਆ ਤੇ ਛੋਟੀ ਜਿਹੀ ਬੱਚੀ ਦੇ ਹੱਥ 'ਚੋਂ ਉਹ ਭੋਜਨ ਦੀ ਗਰਾਹੀ ਖੋਹ ਕੇ ਲੈ ਗਿਆ। ਬੱਚੀ ਦੀਆਂ ਚੀਕਾਂ ਨਿਕਲ ਗਈਆਂ ਤੇ ਉਹ ਬੱਚੀ ਦੀਆਂ ਚੀਕਾਂ, ਆਪਣੀ ਔਲਾਦ ਦੀਆਂ ਚੀਕਾਂ ਮਹਾਰਾਣੇ ਪ੍ਰਤਾਪ ਦੇ ਕੋਲੋਂ ਬਰਦਾਸ਼ਤ ਨਹੀਂ ਹੋਈਆਂ। ਉਹ ਵੀ ਝੁਕਣ ਦੇ ਲਈ ਤਿਆਰ ਹੋ ਗਿਆ ਮੋਹ ਕਰਕੇ, ਔਲਾਦ ਦੇ ਮੋਹ ਕਰਕੇ। ਮਹਾਰਾਜ ਕਹਿੰਦੇ ਜਿਹੜਾ ਜਿਹਨੂੰ ਕੋਈ ਹਰਾ ਨਹੀਂ ਸਕਦਾ ਹੈ ਮੋਹ, ਤੂੰ ਇੰਨਾ ਬਲਵਾਨ ਹੈ। ਆਪਾਂ ਵੱਡੇ ਵੱਡੇ ਲੋਕ ਆਪਣੀ ਔਲਾਦ ਕਰਕੇ ਦੂਜਿਆਂ ਦੇ ਸਾਹਮਣੇ ਹੱਥ ਜੋੜਨ ਦੇ ਲਈ ਮਜਬੂਰ ਹੋ ਜਾਂਦੇ। ਕਿਉਂ? ਕਿਉਂਕਿ ਔਲਾਦ ਦੇ ਨਾਲ ਮੋਹ ਹੈ। ਮਹਾਰਾਜ ਕਹਿੰਦੇ ਜਿਹੜੇ ਕਿਸੇ ਕੋਲੋਂ ਨਹੀਂ ਹਾਰਦੇ ਉਹਨਾਂ ਨੂੰ ਤੂੰ ਹਰਾ ਦਿੰਦਾ ਹੈ। ਗਣ ਗੰਧਰਵ ਦੇਵ ਮਨੁੱਖਿਅੰਗ ਪਸ਼ ਪੰਖੀ ਬੇਮੋਹਨ ਹੈ। ਗਣ ਸ਼ਬਦ ਦਾ ਭਾਵ ਹੈ ਦੇਵਤਿਆਂ ਦੇ ਜਿਹੜੇ ਦਾਸ ਸੇਵਕ ਹਨ। ਗੰਧਰਵ ਦਾ ਭਾਵ ਹੈ ਦੇਵਤਿਆਂ ਦੇ ਗਵਈਏ ਤੇ ਦੇਵ ਦਾ ਭਾਵ ਹੈ ਦੇਵਤੇ। ਮਨੁੱਖਿਅੰਗ, ਇਹ ਸ਼ਬਦ ਖੱਖੇ ਦੇ ਸਿਹਾਰੀ ਲਗਾ ਕੇ ਐੜਾ ਉੱਪਰ ਟਿੱਪੀ, ਮਨੁੱਖਿਅੰਗ ਇੱਦਾਂ ਪੜ੍ਹਨਾ ਹੈ। ਮਹਾਰਾਜ ਕਹਿੰਦੇ ਹੇ ਮੋਹ, ਤੇਰਾ ਦੇਵਤਿਆਂ ਤੇ ਦੇਵਤਿਆਂ ਦੇ ਦਾਸਾਂ ਤੇ ਉਹਨਾਂ ਦੇ ਗਵਈਆਂ ਤੇ ਮਨੁੱਖਾਂ ਤੇ ਪ੍ਰਭਾਵ ਹੈ। ਫਿਰ ਇੱਥੇ ਹੀ ਬਸ ਨਹੀਂ, ਪਛ ਪੰਖੀ ਬੇਮੋਹਨ ਹੈ, ਪਸ਼ੂਆਂ ਪੰਛੀਆਂ ਦੇ ਅੰਦਰ ਵੀ ਤੇਰਾ ਪ੍ਰਭਾਵ ਹੈ। ਹੁਣ ਬੰਦੇ ਦਾ ਵੇਖੋ ਆਪਣੀ ਔਲਾਦ ਦੇ ਨਾਲ ਮੋਹ ਪਿਆਰ ਹੁੰਦਾ ਹੈ, ਇੱਕ ਸਵਾਰਥ ਵੀ ਹੁੰਦਾ ਹੈ। ਔਲਾਦ ਤੋਂ ਅਸੀਂ ਬਹੁਤ ਆਸਾਂ ਰੱਖੀਆਂ ਹੁੰਦੀਆਂ ਨੇ ਕਿ ਕੱਲ੍ਹ ਨੂੰ ਸਾਡਾ ਸਹਾਰਾ ਬਣਨਗੇ, ਕੱਲ੍ਹ ਨੂੰ ਸਾਡਾ ਆਸਰਾ ਬਣਨਗੇ। ਵੈਸੇ ਤਾਂ ਆਪਾਂ ਜਿਵੇਂ ਪਿੱਛੇ ਭਾਈ ਗੁਰਦਾਸ ਜੀ ਦੀਆਂ 4 ਪੌੜੀਆਂ ਦੀ ਵਿਚਾਰ ਵੀ ਕੀਤੀ ਸੀ,
ਤੇ ਇੱਕ ਦੋ ਦਿਨਾਂ ਤੋਂ ਖਬਰ ਵੀ ਬੜੀ ਘੁੰਮ ਰਹੀ ਆ ਕਿ ਵੱਡੇ ਵੱਡੇ ਅਫਸਰਾਂ ਦੀ ਉਹ ਮਾਂ ਸੀ ਤੇ ਕਿੱਦਾਂ ਉਹ ਸੜਕਾਂ ਤੇ ਰੁਲਦੀ ਫਿਰਦੀ ਸੀ ਤੇ ਇਦਾਂ ਹੀ ਮਰ ਗਈ। ਇਦਾਂ ਦੀਆਂ ਨਲਾਇਕ ਔਲਾਦਾਂ ਵੀ ਮੌਜੂਦ ਨੇ ਜਿਨ੍ਹਾਂ ਦੇ ਕੋਲ ਘਾਟਾ ਕਿਸੇ ਚੀਜ਼ ਦਾ ਨਹੀਂ ਹੈ, ਪਰ ਇੰਨੀ ਜ਼ਿਆਦਾ ਅਕਿਰਤ ਘਣਤਾ ਹੈ ਕਿ ਕਿਸੇ ਹੋਰ ਨੂੰ ਤੇ ਕੀ ਸਹਾਰਾ ਦੇਣਾ, ਆਪਣੇ ਮਾਂ ਪਿਓ ਨੂੰ ਵੀ ਸਹਾਰਾ ਦੇਣ ਦੇ ਲਈ ਤਿਆਰ ਨੇ। ਖੈਰ, ਸਾਡਾ ਇੱਕ ਆਸ ਹੁੰਦੀ ਹੈ ਹਰ ਮਨੁੱਖ ਨੂੰ ਕਿ ਮੇਰੀ ਔਲਾਦ ਮੇਰੇ ਬੁਢਾਪੇ ਦਾ ਸਹਾਰਾ ਬਣੇ। ਇਹ ਵੀ ਸਾਡੀ ਔਲਾਦ ਦੇ ਨਾਲ ਮਮਤਾ ਦਾ ਇੱਕ ਕਾਰਨ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਹੁਣ ਪਸ਼ੂਆਂ ਪੰਛੀਆਂ ਨੂੰ ਤੇ ਕੋਈ ਆਪਣੀ ਔਲਾਦ ਤੋਂ ਸਵਾਰਥ ਨਹੀਂ ਹੁੰਦਾ ਕਿ ਉਹ ਵੀ ਇਹ ਆਸ ਰੱਖਣ ਕਿ ਬੁਢਾਪੇ ਵੇਲੇ ਸਾਡੇ ਬੱਚੇ ਸਾਡਾ ਸਹਾਰਾ ਬਣਨਗੇ। ਕੋਈ ਆਸ ਨਹੀਂ ਹੈ, ਪਰ ਵੇਖੋ ਆਪਣੀ ਔਲਾਦ ਪ੍ਰਤੀ ਮੋਹ ਮਮਤਾ ਦੀ ਪਕੜ ਉਹਨਾਂ ਦੇ ਅੰਦਰ ਵੀ ਮੌਜੂਦ ਹੈ। ਅਸਮਾਨ 'ਚ ਬਿਜਲੀ ਕੜਕਦੀ ਹੈ ਤੇ ਮੁਰਗੀ ਆਪਣੇ ਪਰ ਖਿਲਾਰ ਕੇ ਆਪਣੇ ਬੱਚਿਆਂ ਨੂੰ ਢੱਕ ਲੈਂਦੀ ਹੈ। ਔਲਾਦ ਜਾਨਵਰਾਂ ਨੂੰ ਵੀ ਇੰਨੀ ਪਿਆਰੀ ਹੈ। ਬਾਂਦਰੀ ਦਾ ਕਹਿੰਦੇ ਬੱਚਾ ਮਰ ਜਾਏ, ਉਹ ਮਰੇ ਬੱਚੇ ਨੂੰ ਉਹਦੇ ਪਿੰਜਰ ਨੂੰ ਵੀ ਓਨੀ ਦੇਰ ਤੱਕ ਆਪਣੇ ਸੀਨੇ ਦੇ ਨਾਲ ਲਾ ਕੇ ਰੱਖਦੀ ਜਿੰਨੀ ਦੇਰ ਤੱਕ ਦੁਬਾਰਾ ਉਹਨੂੰ ਸੰਤਾਨ ਔਲਾਦ ਪ੍ਰਾਪਤ ਨਾ ਹੋ ਜਾਵੇ। ਜਾਨਵਰਾਂ ਦਾ ਵੀ ਆਪਣੀ ਔਲਾਦ ਦੇ ਨਾਲ ਇੰਨਾ ਮੋਹ ਹੁੰਦਾ ਹੈ। ਮਹਾਰਾਜ ਕਹਿੰਦੇ ਹੇ ਮੋਹ ਤੂੰ ਕਿੰਨਾ ਬਲਵਾਨ ਹੈ, ਮਨੁੱਖਾਂ ਤੇ ਤੇਰਾ ਪ੍ਰਭਾਵ, ਪਸ਼ੂਆਂ ਪੰਛੀਆਂ ਤੇ ਤੇਰਾ ਪ੍ਰਭਾਵ, ਦੇਵਤਿਆਂ ਤੱਕ ਤੇ ਤੇਰਾ ਪ੍ਰਭਾਵ, ਤੂੰ ਸਭ ਨੂੰ ਜਿੱਤਿਆ ਹੋਇਆ ਹੈ। ਹੁਣ ਇਸ ਮੋਹ ਨੂੰ ਬੰਦਾ ਕਿੱਦਾਂ ਜਿੱਤ ਸਕਦਾ, ਕਿਉਂਕਿ ਮੋਹ ਕਰਕੇ ਬੰਦਾ ਗੁਨਾਹ ਵੀ ਬੜੇ ਕਰਦਾ ਹੈ, ਔਲਾਦ ਕਰਕੇ ਬੜੇ ਗੁਨਾਹ ਕਰਦਾ ਹੈ। ਜਿਹਨੂੰ ਕਬੀਰ ਸਾਹਿਬ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਧੋਖੇ ਕਰਕੇ ਛਲਾਵੇ ਕਰਕੇ ਠੱਗੀਆਂ ਕਰਕੇ ਬੰਦਾ ਦੂਜਿਆਂ ਦਾ ਧਨ ਲੁੱਟ ਕੇ ਲਿਆਉਂਦਾ। ਕਿਹਦੇ ਲਈ? ਜਿਨ੍ਹਾਂ ਦੇ ਨਾਲ ਮੋਹ ਮਮਤਾ ਹੈ। ਸੁੱਤ ਦਾਰਾ ਪੈ ਆਨ ਲੁਟਾਵੇ, ਆਪਣੇ ਧੀਆਂ ਪੁੱਤਰ ਪਰਿਵਾਰ ਤੇ ਲਟਾਉਂਦਾ ਹੈ ਜਿਹਦੇ ਨਾਲ ਮੋਹ ਹੈ। ਹੁਣ ਇਹ ਮੋਹ ਨੂੰ ਕਿੱਦਾਂ ਜਿੱਤਿਆ ਜਾ ਸਕਦਾ ਹੈ, ਇਹਦਾ ਇੱਕ ਨੁਕਤਾ ਸਤਿਗੁਰੂ ਦੱਸਦੇ ਹਨ। ਕਹਿੰਦੇ ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰ ਹੈ। ਜਿਹੜੇ ਉਸ ਕਰਨ ਕਰਾਵਣ ਹਾਰ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੇ ਨੇ, ਜਿਹੜੇ ਆਪਣਾ ਆਪਾਂ ਨਮਸਕਾਰ ਦਾ ਭਾਵ ਹੈ ਸਮਰਪਿਤ ਹੋਣਾ। ਆਪਾਂ ਗੁਰੂ ਕੋਲ ਆਉਂਦੇ ਹਾਂ, ਨਮਸਕਾਰ ਕਰਦੇ, ਸਿਰ ਝੁਕਾਉਂਦੇ, ਮੱਥਾ ਟੇਕੇ, ਇਹਦਾ ਭਾਵ ਕੀ ਹੈ? ਮਹਾਰਾਜ ਅਸੀਂ ਤੁਹਾਨੂੰ ਸਮਰਪਿਤ ਹਾਂ, ਸਾਡਾ ਤਨ ਵੀ ਤੁਹਾਡੇ ਅੱਗੇ ਭੇਟ, ਸਾਡਾ ਮਨ ਵੀ ਤੁਹਾਡੇ ਅੱਗੇ ਭੇਟ। ਮਹਾਰਾਜ ਕਹਿੰਦੇ ਜਿਹੜੇ ਉਸ ਕਰਨਹਾਰ ਪਰਮਾਤਮਾ ਨੂੰ ਸਮਰਪਿਤ ਹੋ ਗਏ ਤੇ ਜਗਤ ਦੇ ਰੱਖਿਅਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਿਹੜੇ ਜੁੜ ਗਏ, ਜਿਨ੍ਹਾਂ ਦਾ ਭਰੋਸਾ ਮਾਲਕ ਤੇ ਬਣ ਗਿਆ ਕਿ ਮੈਂ ਕਿਸੇ ਨੂੰ ਪਾਲਣ ਵਾਲਾ ਨਹੀਂ ਹਾਂ, ਪਾਲਣਹਾਰ ਉਹ ਕਰਤਾਰ ਹੈ, ਉਹ ਨਿਰੰਕਾਰ ਹੈ ਤੇ ਸਭ ਦਾ ਸਹਾਰਾ ਤੇ ਉਹੀ ਵਾਹਿਗੁਰੂ ਹੈ। ਉਹ ਫਿਰ ਵਾਹਿਗੁਰੂ ਤੇ ਟੇਕ ਰੱਖ ਕੇ ਜਿਉਂਦੇ ਹਨ, ਮੋਹ ਦੀ ਪਕੜ ਦੇ ਵਿੱਚ ਨਹੀਂ। ਤੇ ਜਿਹੜਾ ਮੋਹ ਦੀ ਪਕੜ ਦੇ ਵਿੱਚ ਨਹੀਂ ਹੈ, ਉਹ ਫਿਰ ਹਰ ਤਰ੍ਹਾਂ ਦੀ ਕੁਰਬਾਨੀ ਵੀ ਹੱਸ ਕੇ ਕਰਦਾ ਹੈ। ਇਹਦੀ ਪ੍ਰਤੱਖ ਮਿਸਾਲ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜੇ ਮੋਹ ਤੋਂ ਉੱਪਰ ਹਨ ਤੇ ਹੱਸ ਕੇ ਆਪਣੇ ਜਵਾਨ ਪੁੱਤਾਂ ਨੂੰ ਵੀ ਮੈਦਾਨੇ ਜੰਗ ਦੇ ਵਿੱਚ ਤੋਰਦੇ ਨੇ। ਤੇ ਕੇਵਲ ਤੋਰਿਆ ਹੀ ਨਹੀਂ ਹੈ, ਉਹਨਾਂ ਦੀਆਂ ਅੱਖਾਂ ਸਾਹਮਣੇ ਬੱਚਿਆਂ ਨੇ ਸ਼ਹਾਦਤਾਂ ਦਾ ਜਾਮ ਵੀ ਸਾਹਿਬਜ਼ਾਦਿਆਂ ਨੇ ਪੀਤਾ। ਤੇ ਉਹ ਫੇਰ ਹੱਥ ਜੋੜ ਕੇ ਨਿਰੰਕਾਰ ਦਾ ਸ਼ੁਕਰ ਕਰਦੇ, ਵਾਹਿਗੁਰੂ ਦਾ ਸ਼ੁਕਰ ਕਰਦੇ ਹਨ ਕਿ ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੇ। ਦਸ਼ਰਥ ਕਹਿੰਦੇ ਜਦੋਂ ਸ਼੍ਰੀ ਰਾਮ ਚੰਦਰ ਲਛਮਣ ਇਹ ਬਨਵਾਸ ਨੂੰ ਚੱਲੇ ਸਨ, ਜਿੰਨੀ ਦੇਰ ਤੱਕ ਦਿਸਦੇ ਰਹੇ ਉਹ ਵੇਂਦਾ ਰਿਹਾ। ਜਦੋਂ ਬੱਚੇ ਅੱਖਾਂ ਤੋਂ ਦਿਸ ਨੂੰ ਹਟ ਗਏ, ਉਹਨੇ ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਸੀ। ਹਾਲਾਂਕਿ 14 ਸਾਲਾਂ ਬਾਅਦ ਵਾਪਸ ਪਰਤ ਆਉਣਾ ਸੀ, ਪਰ ਇੱਧਰ ਗੁਰੂ ਕੇ ਸਾਹਿਬਜ਼ਾਦੇ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੁੰਦੇ ਹਨ। ਧੰਨ ਜਿਗਰਾ ਉਹ ਮੋਹ ਨੂੰ ਜਿੱਤਣ ਵਾਲੇ ਅਜਿੱਤ ਗੁਰੂ ਗੋਬਿੰਦ ਸੂਰੇ ਦਾ, ਜਿਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਹੈ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਅਵਸਥਾ ਬਣਦੀ ਹੈ ਜਦੋਂ ਮਾਲਕ ਦਾ ਸਹਾਰਾ ਤੇ ਮਾਲਕ ਨੂੰ ਜੀਵ ਸਮਰਪਿਤ ਹੁੰਦਾ ਹੈ, ਫਿਰ ਮੋਹ ਤੇ ਵੀ ਜਿੱਤ ਪ੍ਰਾਪਤ ਕਰਦਾ ਹੈ। ਸਤਿਗੁਰੂ ਮਿਹਰ ਕਰਨ, ਗੁਰੂ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵਸਣ, ਜੀਵਨ ਸਫਲ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇ ਮੰਜਨੀ